श्री वाहिगुरु साहिब जीओ। इस प्रकार समझो मन माही, मारहो बेग पुत्र मम नाही। इस प्रकार समझो मन माही, मारहो बेग पुत्र मम नाही। सतनाम सिरे वाहेगुरु जी। सिर गुर को जा सागर रूप, उजागर है सब लोकन माओ। मैं तरण ज्यो तुला करके, निज बुद्धत बार प्रयो बचाओ। होए असी जग में अधिकाए, तो मन में अतिशय उत्साहो। ओ चतुरो ज्यो लग बल सुंदर, बावन हाथ पसारत ताओ। एकंकारा सतगुरु ते प्रसाद सच होई। वाहेगुरु जी के फतेह, विघ्न विनाशन सोई। वाहेगुरु जी के फतेह, विघ्न विनाशन सोई। वाहेगुरु जी का खालसा, वाहेगुरु जी की फतेह। परम सत्कारयोग गुरु रूप खालसा साध संगत जी, जितने भी माई भाई नेमी प्रेमी दूरों नेड़े चल करके महापुरखों के पवित्र पावन अस्थान अथवा गुरु बाबा जी दे सचखंड दरबार दे विच पहुँचे हो। सतगुरां दे चरणां च हाज़री लवाउण वास्ते अपनियां चित बिरतियां बाहरों कागर करन दी खिचल करो। भगत वैशल पतत पावन दीना बंधु तिन्ने लोगों दे मालिक सांझे रहबर निरंकारी जोत श्री गुरु नानक देव जी महाराज की पावन कथा चल रही है। जैस वक्त संडा और मरका ने दे लिया कि भगत प्रहलाद जी तो बार बार अपनी रसना तो विष्णु भगवान का नाम जपण लग पे हैं। मन दे विच बड़ी चिंता, बड़ा झोरा खड़ा हो गया भी की कीता जाए। हरनाकश ने अपने राज बाग के अंदरों चारे पासी ये जड़े नाम बिल्कुल जपने बंद किए हुए हैं, पर यह तो साड़ी परवाह नहीं करता। जदों एक दिन हरनाकश अपने प्यारे शहजादे नूं गोद विच बिठा के पुछण लग्या, पुत्तरियों दस भी हुण तक तो कितनी क विद्या हासिल कर लई है। उस समय कहने लगे, पिता जी मैं तो इहो जिहा इलम पढ़िया भी जिहड़ा विष्णु भगवान का नाम लोक और परलोक दे विच काम आउंदा। इस प्राणी दे जिहड़ी है तुहाडी दुनियावी विद्या इन्हें तो इत्थे ही रह जाना है। इनू पढ़ के मनुख बड़े बड़े आल जाल माया जंजाल इहो जे जंजालों दे विच फस गया, फिर निकलना उन्होंने बड़ा मुश्किल ही हो जाता है सारी जिंदगी दे लई। ये सुन के हरनाकश दे मन दे विच बड़ा क्रोध बड़ा गुस्सा चढ़ गया। अखा इन्हें कर लियां अपनियां लाल पीलियां। संडार मार्का नूं बड़ी धारणा की भी वज तुहाडे पाखंड दा मैनूं पता लग्या किहो जी विद्या किहो जी शिक्षा तुसीं मेरे साहिबजादे नूं दे दित्ती भी जिस विष्णु भगवान ने मेरी सच्ची बांह दे समान
ਸਕੇ ਭਰਾ ਨੂੰ ਕਰਤਾ ਨਾਸ। ਇਹ ਉਹਦੀ ਉਪਾਸਨਾ ਦੇ ਵਿੱਚ ਜੋੜ ਦਿੱਤਾ ਹੈ। ਸੁਣ ਕੇ ਵਿਚਾਰੇ ਸੰਡਾ ਤੇ ਮਰ ਗਏ ਦੈਂਤਾਂ ਦੇ ਲੜਕਿਆਂ ਨੂੰ ਪੜਾਉਣ ਵਾਲੇ ਸੀ, ਥਰ ਥਰ ਕੰਬਣ ਲੱਗੇ, ਕਹਿਣ ਲੱਗੇ ਰਾਜਨ ਵੀ ਸਾਡਾ ਤਾਂ ਇਹਦੇ ਵਿੱਚ ਕੋਈ ਕਸੂਰ ਨਹੀਂ, ਨਾ ਤਾਂ ਇਹਨੂੰ ਅਸੀਂ ਕਿਤੇ ਬਾਹਰ ਜਾਣ ਦਿੱਤਾ ਹੈ ਕਦੇ ਵੀ, ਨਾ ਕੋਈ ਪਾਠਸ਼ਾਲਾ ਦੇ ਵਿੱਚ ਐਸਾ ਰਿਸ਼ੀ ਮੁਨੀ ਮਹਾਤਮਾ ਚੱਲ ਕੇ ਆਇਆ ਹੀ ਨਹੀਂ। ਪਰ ਉਸ ਸਮੇਂ ਭਗਤ ਪ੍ਰਹਲਾਦ ਕਹਿਣ ਲੱਗਿਆ ਪਿਤਾ ਜੀ ਕਾਹਨੂੰ ਮਨ ਦੇ ਵਿੱਚ ਇਤਨੀ ਘਬਰਾਹਟ, ਇਤਨਾ ਕਾਲਾਪਣ ਧਾਰਨ ਕਰ ਲਿਆ ਹੈ। ਹੁਣ ਜਿਨ੍ਹਾਂ ਨੂੰ ਆਤਮਾ ਦਾ ਹੋ ਗਿਆ ਗਿਆਨ, ਉਹ ਤਾਂ ਫਿਰ ਜ਼ਰਾ ਜ਼ਰਾ ਦੇ ਵਿੱਚ ਸਦਾ ਦੇ ਲਈ ਵਿਸ਼ਨੂੰ ਭਗਵਾਨ ਜੀ ਨੂੰ ਸਰਬ ਵਿਆਪੀ ਜਾਣ ਲੈਂਦੇ ਹਨ। ਜਦੋਂ ਦੇਖ ਲਿਆ ਵੀ ਇਹਨੇ ਮੇਰੇ ਬਚਨਾਂ ਦੀ ਕੋਈ ਪਰਵਾਹ ਨਹੀਂ ਕੀਤੀ, ਕਹਿਣ ਲੱਗਿਆ ਤਾਂ ਮੇਰੇ ਘਰ ਦੇ ਵਿੱਚ ਹੀ ਹੋ ਜਿਹਾ ਦੁਸ਼ਮਣਾਂ ਦੇ ਸਮਾਨ ਪੈਦਾ ਹੋ ਗਿਆ ਹੈ। ਇੱਥੇ ਆਦਕ ਪ੍ਰਸੰਗ ਪਿੱਛੇ ਆਇਆ। ਅਗੇ ਜਿਸ ਪ੍ਰਕਾਰ ਸਤਿਗੁਰਾਂ ਦੀ ਪਵਿੱਤਰ ਪਾਵਨ ਕਥਾ ਦੇ ਤਾਈ ਗ੍ਰੰਥ ਕਰਤਾ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚਾਰਨ ਕਰਦੇ ਨੇ। ਆਪਣੇ ਮਨਾਂ ਨੂੰ ਕਾਗਰ ਕਰਦੇ ਹੋਏ ਆਲਸ ਤੋਂ ਸਾਵਧਾਨ ਹੋ ਕਰਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਗੁਰੂ ਜੀ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਇਸ ਪ੍ਰਕਾਰ ਸਮਝੋ ਮਨ ਮਾਹੀ। ਉਹ ਸਮੇਂ ਭਗਤ ਪ੍ਰਹਲਾਦ ਨੇ ਤਾਂ ਆਪਣੇ ਪਿਤਾ ਨੂੰ ਬੜੇ ਹੋ ਜਾਏ ਪਰਮਾਰਥ ਦੇ ਬਚਨ ਸੁਣਾਏ ਵੀ ਇਹਦਾ ਵੀ ਭਲਾ ਹੋ ਜਾਣਾ। ਮਾਰੋ ਬੇਗ ਪੁੱਤਰ ਮਮ ਨਾਹੀ। ਪਰ ਸੁਣ ਕਰਕੇ ਆਪਣੇ ਨਾਲ ਦੇ ਸਾਥੀਆਂ ਦੈਂਤਾਂ ਰਾਖਸ਼ਾਂ ਨੂੰ ਹੁਕਮ ਕਰਤਾ ਵੀ ਇਹਨੂੰ ਤਾਂ ਬਸ ਤੁਸੀਂ ਹੁਣੇ ਹੀ ਵੱਡੇ ਵੱਡੇ ਲੈ ਕਰਕੇ ਨਾ ਸ਼ਾਸਤਰ ਮੇਰੇ ਸਾਹਮਣੇ ਖਤਮ ਕਰ ਦੇਣਾ। ਸੁਣੀ ਸੇਵਕਾ ਨਾ ਗਿਰਾ ਕਠੋਰਾ। ਜਦੋਂ ਨੌਕਰਾਂ ਚਾਕਰਾਂ ਸੇਵਕਾਂ ਦਾ ਸਨ ਇਹੋ ਜਿਹੇ ਬੜੇ ਕਠੋਰ ਵਚਨ ਆਪਣੇ ਮਾਲਕ ਸੁਆਮੀ ਦੇ ਕੰਨਾਂ ਦੇ ਨਾਲ ਸੁਣ ਲਏ ਹਨ। ਦਾਨਵ ਉਠੀ ਭਿਆਨਕ ਘੋਰਾ। ਬਹੁਤ ਵੱਡੀਆਂ ਵੱਡੀਆਂ ਭਿਆਨਕ ਦਈਆਂ ਵਾਲੇ ਬੜੇ ਰਾਖਸ਼ ਦੈਂਤ ਖੜੇ ਹੋ ਗਏ ਉਸੇ ਟਾਈਮ ਤੇ ਜਦੋਂ ਇਹਨੇ ਆਪਣੇ ਵੱਲੋਂ ਆਗਿਆ ਕੀਤੀ ਹੈ। ਦੀਰਘ ਦਾਂਤ ਤਿਰਸੂਲ ਹੈ ਹੱਥਾ। ਜਿਨ੍ਹਾਂ ਦੇ ਹੱਥ ਦੇ ਵਿੱਚ ਵੱਡੇ ਵੱਡੇ ਤਰਸੂਲ ਔਰ ਮੂੰਹ ਦੇ ਵਿੱਚੋਂ ਬੜੇ ਭਿਆਨਕ ਦੰਦ ਸਾਹਮਣੇ ਨਜ਼ਰ ਆ ਰਹੇ ਹਨ। ਤਾਂਬਰ ਬਰਨਾ ਬਿਤਰੇ ਕੱਚ ਮਾਥਾ। ਔਰ ਜਿਨ੍ਹਾਂ ਦੇ ਸਰੀਰਾਂ ਦਾ ਹੈਗਾ ਰੰਗ ਤਾਂਬੇ ਵਰਗਾ, ਕਾਲੇ ਕੱਟ, ਵੱਡੇ ਵੱਡੇ ਕੇਸ਼, ਇਹਨਾਂ ਦੇ ਮੱਥੇ ਦੇ ਉੱਪਰ ਚਾਰੇ ਪਾਸੇ ਖਿਲਰੇ ਹੋਏ ਨੇ। ਤਰਹੋ ਤਰਹੋ ਮਾਰਹੋ ਕਹਿ ਡਾਂਟੀ। ਮਾਰ ਲਓ ਪਕੜ ਲਓ ਦੀਆਂ ਆਵਾਜ਼ਾਂ ਦਿੰਦਿਆਂ ਹੋਏ ਫੜਾ ਇਹਨਾਂ ਨੇ ਫਿਰ ਭਗਤ ਪ੍ਰਹਲਾਦ ਜੀ ਨੂੰ ਆਪਣੇ ਵੱਲੋਂ ਡਾਂਟਣਾ ਸ਼ੁਰੂ ਕਰ ਦਿੱਤਾ। ਬੇਗ ਸਰੀਰ ਦੇਹੋ ਇਸ ਕਾਟੀ। ਕਿਉ ਜੀ ਪਰਮਾਤਮਾ ਦੀ ਅਚਾਰਜ ਖੇਲ ਆਪਣੇ ਸਕੇ ਪੁੱਤ ਨੂੰ ਕਹਿਣ ਲੱਗਿਆ ਲੈ ਕਰਕੇ ਨਾ ਵੱਡੇ ਵੱਡੇ ਸਾਤਰੇ ਦੇ ਸਰੀਰ ਦੇ ਹੁਣੀ ਤੁਸੀਂ ਬਸ ਟੁਕੜੇ ਟੁਕੜੇ ਕਰ ਦੇਣੇ ਹਨ। ਇੱਕ ਹੈ ਬਾਰ ਸ਼ਸਤਰ ਸਭ ਡਾਰੀ। ਉਹਨਾਂ ਨੇ ਹੁਕਮ ਦੀ ਪਾਲਣਾ ਕਰਦੇ ਆ ਇੱਕੋ ਵਾਰ ਪਤਾ ਨਹੀਂ ਕਿਤਨੇ ਸ਼ਾਸਤਰਾਂ ਦੇ ਬਾਰ ਭਗਤ ਪ੍ਰਹਲਾਦ ਦੇ ਸਰੀਰ ਦੇ ਉੱਪਰ ਕਰਤੇ। ਖੜਗ ਸ਼ਕਤ ਤਿਰਸੂਲ ਹੈ ਮਾਰੀ। ਜਿਨ੍ਹਾਂ ਨੇ ਵੱਡੇ ਵੱਡੇ ਤਰਸੂਲ ਫੌਲਾਦੀ ਲੋਹੇ ਦੀਆਂ ਤਲਵਾਰਾਂ ਇਸੇ ਤਰ੍ਹਾਂ ਤਿੱਖੀਆਂ ਤਿੱਖੀਆਂ ਬਰਛੀਆਂ ਹੱਥ ਦੇ ਵਿੱਚ ਫੜੀਆਂ ਹੋਈਆਂ ਸੀ ਨਾ ਸਾਰੇ ਦੈਂਤਾਂ ਰਾਖਸ਼ਾਂ ਨੇ। ਵਿਪਲ ਪ੍ਰਯਾਸ ਤਿਨਹਿ ਪ੍ਰਭ ਖੋਵਾ। ਪਰ ਪਰਮਾਤਮਾ ਨੇ ਕੈਸੀ ਕਲਾ ਵਰਤਾਈ ਇਹਨਾਂ ਦੇ ਵਸ ਕੀਤੇ ਹੋਏ ਨਾ ਸਾਰੇ ਬਾਹਰ ਬਿਲਕੁਲ ਉਸੇ ਤਰ੍ਹਾਂ
ਆ ਬੇਅਰਥ ਚਲੇ ਗਏ ਹਨ। ਰੋਮ ਨਾ ਇੱਕ ਹੈ ਬਾਂਕੋ ਹੋਵਾ। ਵਾਹਿਗੁਰੂ ਦੀ ਕਿਰਪਾ ਦੁਆਰਾ ਭਗਤ ਪ੍ਰਹਿਲਾਦ ਜੀ ਕਹਿੰਦੇ ਨੇ ਵੀ ਮੇਰਾ ਤਾਂ ਇੱਕ ਰੋਮ ਵੀ ਵਿੰਗਾ ਨਹੀਂ ਹੋਇਆ ਪਾਪ। ਮੈਨੂੰ ਆ ਸਮੇਂ ਅਕਾਲ ਪੁਰਖ ਵਾਹਿਗੁਰੂ ਨੇ ਤਤੀ ਵਾ ਵੀ ਨਹੀਂ ਲੱਗਣ ਦਿੱਤੀ ਹੈ। ਏਕ ਓੰਕਾਰ ਬਿਮੁਖ ਨਰ ਜੋ। ਪਰ ਜਿਹੜੇ ਨਿਰਾਕਾਰ ਵਾਹਿਗੁਰੂ ਤੋਂ ਨਾ ਬੇਮੁਖ ਮੂੜ ਔਰ ਬੜੇ ਗਵਾਰ ਲੋਕ ਹੋਇਆ ਕਰਦੇ ਹਨ। ਜਿਉ ਤਿਹ ਕਿਰਿਆ ਬਿਪਲ ਹਵੈ ਸੋਊ। ਜਿਵੇਂ ਕਹਿੰਦੇ ਉਹਦੀ ਕੀਤੀ ਹੋਈ ਕਿਰਿਆ, ਉਹਦੇ ਜਿਹੜੇ ਕੀਤੇ ਨਾ ਵੱਡੇ ਵੱਡੇ ਸਾਧਨ, ਉਹ ਕੋਈ ਜ਼ਿਆਦਾ ਫਲੀਭੂਤ ਨਹੀਂ ਹੋਇਆ ਕਰਦੇ ਹਨ। ਜਿਹੜਾ ਬੇਮੁਖ ਹੈ, ਮੂਰਖ ਹੈ, ਗਵਾਰਾ, ਸ਼ਰਧਾ ਤਾਂ ਹੈ ਨਹੀਂ ਮਨ ਦੇ ਅੰਦਰ ਭਰੀ ਹੋਈ, ਜਿਹੜੇ ਪਰਮਾਰਥਕ ਦੇ ਕੀਤੇ ਹੋਏ ਸਾਧਨ ਉਹ ਕਦੇ ਵੀ ਉਹਨਾਂ ਦੇ ਸਫਲੇ ਨਹੀਂ ਹੋਇਆ ਕਰਦੇ ਨੇ। ਐਵੇਂ ਬਾਹਰ ਤਾਂ ਇਹਨਾਂ ਨੇ ਬੜੇ ਸ਼ਾਸਤਰਾਂ ਦੇ ਮੇਰੇ ਉੱਪਰ ਕੀਤੇ, ਪਰ ਜਿਵੇਂ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਬਚਨ ਕੀਤੇ ਹੋਏ ਹਨ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਦਰ ਤਾਤੀ ਵਾਹ ਨਾ ਲੱਗਈ ਪਾਰ ਬ੍ਰਹਮ ਸ਼ਰਣਾਈ, ਚੌਗਿਰਦਾ ਮਾਰੈ ਰਾਮ ਕਾਰ ਦੁਖ ਲੱਗੈ ਨਾ ਭਾਈ। ਸਤਿਗੁਰ ਪੂਰਾ ਭੇਟਿਆ ਜਨ ਬਣਤਾ ਬਣਾਈ, ਰਾਮ ਨਾਮ ਔਖਦ ਦੀਆ ਏਕਾਲੇ ਬਲਾਈ। ਰਾਖ ਲਿਐ ਤਨ ਰਖਨ ਹਾਰ ਸਭ ਵਿਆਦ ਮਿਟਾਈ, ਕਉ ਨਾਨਕ ਕਿਰਪਾ ਪਈ ਪ੍ਰਭੈ ਸਹਾਈ। ਔਖੀ ਕੜੀ ਨਾ ਦੇਖਣ ਦੇਈ, ਆਪਣਾ ਬਿਰਧ ਸੰਭਾਲੇ ਹਾਥ ਦੇ ਰਾਖੇ ਆਪਣੇ ਕੋ ਸਾਸ ਪ੍ਰਤ ਪਾਲੇ। ਉਹ ਸਮੇਂ ਪਰਮਾਤਮਾ ਨੇ ਕੈਸੀ ਕਲਾ ਵਰਤਾਤੀ ਸਾਰਿਆਂ ਦੇ ਸਾਹਮਣੇ ਵੀ ਇਹਨੂੰ ਰੰਚਕ ਪਰ ਵੀ ਜਿਹੜੀ ਤਤੀ ਵਾਹ ਨਹੀਂ ਲੱਗਣ ਦਿੱਤੀ ਹੈ। ਦੈਤ ਰਾਜ ਨਿਜ ਨੈਨ ਹੈ ਦੇਖਾ। ਕੌਣ ਹੈ ਜਿਹੜੇ ਕੌਤਕ ਹਰਨਾਕਸ਼ ਸਾਹਮਣੇ ਬੈਠਿਆ ਹੋਇਆ ਆਪਣੀ ਅੱਖਾਂ ਦੇ ਨਾਲ ਦੇਖ ਰਿਹਾ। ਸ਼ੰਕਤ ਭਾ ਮਨ ਮਾਹੇ ਬਿਸ਼ੇਖਾ। ਪਰ ਮਨ ਦੇ ਵਿੱਚ ਬੜਾ ਹੈਰਾਨ ਹੋ ਗਿਆ ਹਰਨਾਕਸ਼ ਕਿ ਕਿਵੇਂ ਤਲਵਾਰਾਂ ਬਰਸ਼ੀਆਂ ਤਰਸੂਲ ਚਲਾਏ ਇਹਨਾਂ ਦੇ ਸਰੀਰ ਦੇ ਉੱਪਰ, ਜ਼ਖਮ ਭੋਰਾ ਪਰ ਵੀ ਕਿਤੇ ਮੈਨੂੰ ਇਹਦੇ ਅੰਗਾਂ ਦੇ ਉੱਪਰ ਨਜ਼ਰ ਨਹੀਂ ਆਉਂਦਾ ਹੈ। ਬੋਲਿਓ ਬਚਨਾ ਮਰਤ ਨਹਿ ਐਸੀ। ਕਹਿ ਲੱਗਿਆ ਵੀ ਅਗਰ ਚਲੋ ਇਹਨਾਂ ਸ਼ਾਸਤਰਾਂ ਦੇ ਨਾਲ ਇਸ ਦੀ ਜੈ ਮੌਤ ਨਹੀਂ ਹੋਈ ਹੈ, ਔਰ ਉਪਾਵ ਕਰੋ ਕਹਿ ਜੈਸੀ। ਹੋਰ ਮੈਨੂੰ ਬਥੇਰੇ ਹੋ ਜਾਏ ਉਹ ਪਾ ਯਤਨ ਆਉਂਦੇ ਨੇ ਇਹਨੂੰ ਖਤਮ ਕਰਨ ਦੇ ਲਈ। ਗਾਜੀ ਆਗੇ ਗਹਿ ਇਹ ਚੀਰਾਵ ਹੋ। ਇਹਨੂੰ ਨਾ ਹਾਥੀ ਦੇ ਉੱਪਰ ਸਾਹਮਣੇ ਸਿੱਟ ਕੇ ਉਹਦੇ ਪੈਰਾਂ ਤਲੇ ਲਤਾੜ ਕੇ ਵਿਚਾਲੇ ਚਰਵਾ ਦਿਓ। ਕਰ ਗਜੰਦ ਸੰਡ ਕੀ ਓਟ ਨਾਮਾ ਉਪਰ ਹਰ ਕੀ ਓਟ। ਉਸ ਸਮੇਂ ਭਗਤ ਨਾਮਦੇਵ ਜੀ ਵਰਗਿਆਂ ਨੂੰ ਵੀ ਹਾਥੀ ਦੇ ਸਾਹਮਣੇ ਸੁੱਟਵਾ ਦਿੱਤਾ ਵੀ ਇਹਨੂੰ ਪੈਰ ਦੇ ਥੱਲੇ ਦਬਾ ਕੇ ਵਿਚਾਲੋਂ ਚੀਰਾ ਦੇਣਾ। ਇਸੇ ਤਰ੍ਹਾਂ ਹੁਣ ਹਰਨਾਕਸ਼ ਕਹਿ ਲੱਗਿਆ ਵੀ ਇਹਨੂੰ ਪਕੜ ਕਰਕੇ ਨਾ ਹਾਥੀ ਦੇ ਪੈਰਾਂ ਦੇ ਥੱਲੇ ਕਰਾ ਦਿਓ। ਉਹਨੇ ਸੋਂਡਾ ਦੇ ਨਾਲ ਪਕੜ ਕੇ ਦੇ ਦੋ ਟੋਟੇ ਕਰ ਦੇਣੇ ਹਨ। ਸਰਪੰਤੀ ਸਭ ਅੰਗ ਡਸਾਵ ਹੋ। ਕਹਿ ਲੱਗਿਆ ਜੀ ਹਾਥੀ ਕੋਲੋਂ ਬਚਾਓ ਗਿਆ। ਫਿਰ ਆਪਣੇ ਪੁੱਤਰ ਨੂੰ ਪ੍ਰਹਿਲਾਦ ਕੋਟੇ ਵਿੱਚ ਰੱਖਿਆ। ਬਾਰ ਦੀਆ ਤਾਲਾ ਨਿਰਭਉ ਬਾਲਕ ਬੋਲ ਨ ਡਰੀ। ਮੇਰੇ ਅੰਤਰ ਗੁਰ ਗੋਪਾਲਾ ਇਹਨੇ ਕੀ ਕੀਤਾ ਵੀ ਇੱਕ ਮਕਾਨ ਦੇ ਵਿੱਚ ਬੜੇ ਬੜੇ ਜ਼ਹਿਰੀਲੇ ਨਾਗ ਠੂਏ ਇਕੱਠੇ ਕਰਵਾ ਕੇ ਉੱਥੇ ਰੱਖੇ। ਕਹਿ ਲੱਗਿਆ ਵੀ ਇਉਂ ਕਰ ਇਹਨੂੰ ਫਿਰ ਅੰਦਰ ਬੰਦ ਕਰ ਦਿਓ ਮਕਾਨ 'ਚ। ਉੱਥੇ ਸੱਪਾਂ ਦੇ ਠੂਆਂ ਦੇ ਡੰਗਾਂ ਦੇ ਨਾਲ ਨਾ ਇਹਦੇ ਸਰੀਰ ਦਾ ਅੰਤ ਹੋ ਜਾਣਾ। ਜੇਕਰ ਤਹਤੀ ਹੋਇਓ ਬਾਰਾ। ਅਗਰ ਉਸ ਥਾਂ ਤੋਂ ਵੀ
ਇਹਦਾ ਕਿਤੇ ਬਚਾਅ ਹੋ ਗਿਆ, ਬਿਲਕੁਲ ਜ਼ਹਿਰ ਨਹੀਂ ਚੜੇਗੀ। ਮਾਰੋ ਬਿਖ ਦੀ ਬੀਚ ਆਹਾਰਾ। ਤੇ ਫਿਰ ਇਹਨੂੰ ਮੈਂ ਭੋਜਨ ਦੇ ਵਿੱਚ ਮਿਲਾ ਕਰਕੇ ਨਾ ਪੜੀਓ ਜੀ, ਤੇ ਜ਼ਹਿਰ ਬਰਬਾਦ ਦੇਣਾ ਹੈ। ਸੁਨ ਕਰ ਕੀਨੇ ਸਰਬ ਉਪਾਈ। ਹੁਣ ਦੈਂਤਾ ਰਾਖਸ਼ਾਂ ਨੇ, ਨੌਕਰਾਂ ਚਾਕਰਾਂ ਨੇ ਜਿਵੇਂ ਜਿਵੇਂ ਹੁਕਮ ਕਰਦਾ ਹੈ, ਹਰਨਾਕਸ਼ ਉਸੇ ਤਰ੍ਹਾਂ ਦੇ ਬੜੇ ਉਪਾਅ ਯਤਨ ਕਰਕੇ ਦੇਖ ਲਏ। ਗਜ ਇਹ ਬਿਖ ਤੀ ਦੁਖ ਨਹਿਰਾਈ। ਗੱਜ ਬਿਖ ਐ ਤਿੰਨੇ ਧਾਮਾਂ ਤੋਂ ਵਾਹਿਗੁਰੂ ਨੇ ਪ੍ਰਹਲਾਦ ਦੀ ਰੱਖਿਆ ਕੀਤੀ। ਗੱਜ ਨਾ ਤਾਂ ਇਹਦੇ ਨੇੜੇ ਤੇੜੇ ਆਏ ਹਾਥੀ, ਗੱਜ ਇਹ ਜਿਹੜੇ ਜ਼ਹਿਰੀਲੇ ਨਾਗ ਉਹਨਾਂ ਨੇ ਵੀ ਕੋਈ ਡੰਗ ਨਹੀਂ ਮਾਰਿਆ ਭਗਤ ਪ੍ਰਹਲਾਦ ਦੇ। ਇਸੇ ਤਰ੍ਹਾਂ ਬਿਖ ਜ਼ਹਿਰ ਵੀ ਇਹਨੂੰ ਨਹੀਂ ਚੜੀ ਹੈ। ਸ਼੍ਰੀ ਕਰਤਾਰ ਭਇਓ ਰਖਵਾਰਾ। ਭਗਤ ਪ੍ਰਹਲਾਦ ਜੀ ਦਾਦੇ ਨੇ ਆਪਣੇ ਵੱਲੋਂ ਵੀ ਉਸ ਥਾਂ ਤੇ ਹੁਣ ਕਰਤਾਰ ਨੇ, ਅਨੰਤ ਸ਼ਕਤੀਆਂ ਦੇ ਮਾਲਕ ਭਗਵਾਨ ਨੇ ਮੇਰੀ ਥਾਂ ਤੇ ਨਾ ਰੱਖਿਆ ਕੀਤੀ ਹੈ। ਕਹੋ ਕਉ ਨਾ ਤਿਹ ਸਕੈ ਜੋ ਮਾਰਾ। ਜਿਹਦਾ ਸਾਹਿਬ ਡਾਡਾ ਹੋਏ ਤੇ ਸੁਨੋ ਮਾਰ ਨਾ ਸਕੈ ਕੋਈ। ਹੁਣ ਜਿਹਦੇ ਸਿਰ ਦੇ ਉੱਪਰ ਅਕਾਲ ਪੁਰਖ ਵਾਹਿਗੁਰੂ ਦਾ ਕਹਿੰਦੇ ਹੋਵੇ ਹੱਥ, ਉਹਨੂੰ ਤਾਂ ਭਾਵੇਂ ਸਾਰੀ ਦੁਨੀਆ ਇੱਕ ਪਾਸੇ ਹੋ ਜਾਏ ਤਾਂ ਵੀ ਕੋਈ ਮਾਰ ਨਹੀਂ ਸਕੇਗਾ। ਬਹਰੋ ਦੀਹ ਬਾਂਧ ਕਰ ਮੇਰਾ। ਉਸ ਸਮੇਂ ਭਗਤ ਪ੍ਰਹਲਾਦ ਕਹਿਣ ਲੱਗਾ ਵੀ ਫਿਰ ਕਈ ਦਾਤਾਂ ਨੇ ਨਾ ਪਕੜ ਕੇ ਮੈਨੂੰ ਰੱਸਿਆਂ ਦੇ ਨਾਲ ਬੰਨ੍ਹ ਦਿੱਤਾ। ਹੱਥ ਉਤੰਗ ਗਿਰਤੇ ਗਹਿ ਗੇਰਾ। ਮੈਨੂੰ ਹੱਥਾਂ ਪੈਰਾਂ ਦੇ ਨਾਲ ਰੱਸਿਆਂ ਨਾਲ ਬੰਨ੍ਹ ਕੇ ਨੂੜਤਾ। ਕਹਿ ਲੱਗਿਆ ਵੀ ਗੈਰ ਤਲ ਜਲ ਜਵਾਲਾ ਪੈ ਰਾਖਿਓ। ਔਰ ਰਾਜਾ ਰਾਮ ਮਾਇਆ ਫੇਰੀ ਬੜੇ ਬੜੇ ਪਹਾੜਾਂ ਤੋਂ ਰੋੜਤਾ ਵੀ ਆਪੀ ਕਿਸੇ ਡੂੰਗੀ ਖੱਡ ਦੇ ਵਿੱਚ ਡਿੱਗ ਕਰ ਗਏ ਨੇ ਮਾਰਾ ਜਾਣਾ। ਬਹੁਤ ਬਾਰ ਲੇ ਬਾਰ ਡੁਬਾਇਓ। ਫੇਰ ਕਹਿ ਲੱਗਿਆ ਮੈਨੂੰ ਨਾ ਪਕੜ ਕਰਕੇ ਦੈਂਤ ਔਰ ਨਾਕਸ਼ ਬੜੇ ਡੂੰਘੇ ਜਲ ਦੇ ਵਿੱਚ ਡੋਬਣ ਲੱਗ ਪਏ ਸਨ। ਕਰ ਪ੍ਰਚੰਡ ਪਾਵਕ ਮਹਿ ਪਾਇਓ। ਜਦੋਂ ਦੇਖਿਆ ਵੀ ਨਾ ਤਾਂ ਪਹਾੜਾਂ ਤੋਂ ਗਿਰ ਕੇ ਮਰਿਆ, ਨਾ ਇਹ ਡੁੱਬਦਾ ਪਾਣੀ ਦੇ ਵਿੱਚ। ਉਸ ਸਮੇਂ ਜਲ ਅਗਨੀ ਵਿੱਚ ਘੱਤਿਆ, ਜਲ ਨਾ ਡੁੱਬੈ ਗੁਰ ਪ੍ਰਸਾਦ। ਹੁਣ ਭਗਤ ਪ੍ਰਹਲਾਦ ਜੀ ਦੇ ਨੇੜੇ ਕਹਿੰਦੇ ਅਗਨੀ ਦਾ ਸੇਕ ਵੀ ਨਹੀਂ ਆਇਆ ਸੀ। ਕੇਤਕ ਦਿਵਸ ਨਹਿ ਦਇਓ ਆਹਾਰੂ। ਅਖੀਰ ਨੂੰ ਔਰ ਨਾਕਸ਼ ਸੋਦਾ ਵੀ ਗੱਲ ਹੋ ਕੀ ਗਈ, ਇਹ ਤਾਂ ਮਰਨ ਦੇ ਵਿੱਚ ਆਉਂਦੇ ਨਹੀਂ। ਫਿਰ ਸਲਾਹ ਦਿੱਤੀ ਵੀ ਇਹਦਾ ਖਾਣਾ ਪੀਣਾ ਕਰ ਦਿਆ ਬੰਦ, ਆਪੀ ਭੁੱਖੇ ਤੇ ਆਏ ਦੇ ਪ੍ਰਾਣ ਸਰੀਰ ਦੇ ਵਿੱਚੋਂ ਨਿਕਲ ਜਾਣੇ ਹਨ। ਮਾਰਨ ਚਹਿਤ ਅਨਕ ਪ੍ਰਕਾਰੋ। ਮਾਰਨ ਚਾਤ ਅਨੇਕ ਪ੍ਰਕਾਰੋ, ਅਨੇਕਾਂ ਢੰਗ ਤਰੀਕਿਆਂ ਦੁਆਰਾ ਉਹਨਾਂ ਨੇ ਮੈਨੂੰ ਮਾਰਨ ਦਾ ਬੜਾ ਹੀ ਉਦਮ ਪ੍ਰਸ਼ਾਰਤ ਕੀਤਾ। ਸਭ ਉਪਾਏ ਭੇ ਬਾਦ ਤਿਨੋਂ ਕੀ। ਪਰ ਉਹਨਾਂ ਦੇ ਕੀਤੇ ਹੋਏ ਬਾਰ ਸਾਰੇ ਹੀ ਉਸੇ ਤਰ੍ਹਾਂ ਬਿਲਕੁਲ ਨਿਸਫਲ ਚਲੇ ਗਏ ਹਨ। ਮਨ ਚਿੰਤਾ ਭੀ ਅਦਕ ਜਿਨੋਂ ਕੀ। ਹੁਣ ਉਹਨਾਂ ਦੇ ਮਨ ਦੇ ਵਿੱਚ ਬੜੀ ਚਿੰਤਾ, ਬੜਾ ਫਿਕਰ ਖੜਾ ਹੋ ਗਿਆ ਵੀ ਪਤਾ ਨਹੀਂ ਕੀ ਗੱਲ ਹੈ, ਇਹ ਤਾਂ ਮਰਨ ਦੇ ਵਿੱਚ ਹੀ ਨਹੀਂ ਆਉਂਦਾ ਹੈ। ਦੋਹਰਾ ਹਿਰਨ ਕਸ਼ਪਾ ਬਲੋਕ ਕੈ ਚਿੰਤਾ ਜਗੀ ਵਿਸਾਲ। ਇਹੋ ਜੀ ਲੀਲਾ ਦੇ ਦਿਆਂ ਹਰਨਾਕਸ਼ ਦੇ ਮਨ ਦੇ ਵਿੱਚ ਹੁਣ ਬੜੀ ਚਿੰਤਾ ਖੜੀ ਹੋ ਗਈ ਵੀ ਇਹ ਤਾਂ ਇਹਨੇ ਮੇਰੇ ਘਰ ਦੇ ਵਿੱਚ ਹੀ ਐਸੀ ਇੱਕ ਬਗਾਵਤ ਪੈਦਾ ਕਰ ਦਿੱਤੀ ਹੈ ਨਾ। ਸਾਰੇ ਲੋਕ ਦਾ ਜਪਦੇ ਨੇ ਚਾਰੇ ਪਾਸੇ ਮੇਰਾ ਨਾਮ, ਤੇ ਉਲਟਾ ਇਹ ਘਰ ਦੇ ਵਿੱਚ ਹੀ ਇਹੋ ਜਿਹਾ ਇੱਕ ਦੁਸ਼ਮਣ ਪੈਦਾ ਹੋ ਗਿਆ। ਵਾਰ-ਵਾਰ ਵਿਸ਼ਨੂੰ ਭਗਵਾਨ ਜੀ ਦੀ ਉਪਾਸਨਾ ਕਰੀ ਜਾਂਦਾ ਹੈ।
ਸਭ ਉਦਮ ਨਿਸ਼ਫਲ ਗਈ, ਮਾਰਿਓ ਮਰਤ ਨਾ ਬਾਲ। ਸਵਾਦ ਹੈ ਇਹ ਵੀ ਮਾਰਨ ਦੇ ਵਿੱਚ ਆਉਂਦੇ ਹੀ ਨਹੀਂ। ਕਿਤਨੇ ਮੈਂ ਉਪਾ ਯਤਨ ਆਪਣੇ ਵੱਲੋਂ ਕਰਕੇ ਦੇਖ ਲਏ ਹਨ। ਚੌਪਾਈ ਮੈਂ ਭਿਆਨਕ ਕਟ ਬਚਨ ਉਚਾਰੀ। ਉਸ ਸਮੇਂ ਸੋਚਦਾ ਵੀ ਮੈਂ ਤਾਂ ਬੜੇ ਨਾ ਕਠੋਰ ਕੌੜੇ ਫਿੱਕੇ ਬਚਨ ਵੀ ਕਹਿ ਕੇ ਦੇਖ ਲਏ ਹਨ ਆਪਣੇ ਪਤ ਪ੍ਰਹਲਾਦ ਜੀ ਨੂੰ। ਸੁਨ ਕਰ ਇਹ ਔਰ ਹਰਖ ਅਪਾਰੀ। ਪਰ ਇਹ ਉਲਟਾ ਮੇਰੀਆਂ ਇਹੋ ਜਿਹੀਆਂ ਕੌੜੀਆਂ ਫਿੱਕੀਆਂ ਜ਼ਹਿਰ ਵਰਗੀਆਂ ਗੱਲਾਂ ਆ ਸੁਣ ਕਰਕੇ ਉਵੇਂ ਆਪਣੀ ਮੌਤ ਦੇ ਵਿੱਚ ਬੜੀ ਖੁਸ਼ੀ ਦੇ ਸਹਿਤ ਮੇਰੇ ਸਾਹਮਣੇ ਖੜੇ ਹੋ ਕੇ ਹੱਸੀ ਜਾ ਰਹੇ ਹੈ। ਹਮਤ ਪ੍ਰਭਾਵ ਤੇਜ ਨਹਿ ਤੋਰਾ। ਉਸ ਸਮੇਂ ਹਰਨਾਕਸ਼ ਦਾ ਜਿਹੜਾ ਤੇਜ ਝੱਲਣਾ ਹਰੇਕ ਨੂੰ ਬੜਾ ਔਖਾ ਹੋ ਗਿਆ ਸੀ। ਨਿਸ਼ਚੈ ਇਹ ਛਤਰ ਇਹ ਮੋਰਾ। ਇਸ ਹਕੀਕਤ ਦਾ ਹਰਨਾਕਸ਼ ਦੇ ਮਨ ਦੇ ਵਿੱਚ ਪੱਕਾ ਯਕੀਨ ਭਰੋਸਾ ਹੋ ਗਿਆ ਵੀ ਤਾਂ ਇਹਨੂੰ ਮੈਨੂੰ ਕੋਈ ਮਾਰਨ ਦੇ ਲਈ ਆ ਮੇਰੇ ਘਰ ਦੇ ਵਿੱਚ ਹੀ ਬੈਰੀ ਪੈਦਾ ਹੋ ਗਏ ਹੈ। ਇਹ ਸੰਗ ਬਧਿਓ ਵਿਸਾਲ ਵਿਰੋਧਾ। ਆਪਣੇ ਸਕੇ ਪੁੱਤ ਦੇ ਨਾਲ ਕਿਤਨਾ ਇਹਨੇ ਮਾੜੀ ਜੀ ਗੱਲ ਪਿੱਛੇ ਹੀ ਬੜਾ ਵਿਵਾਦ ਵਧਾ ਲਿਆ। ਮਰਨੋ ਹੋਈ ਹੋਤ ਔਰ ਬੋਧਾ। ਉਹ ਸਮੇਂ ਹਰਨਾਕਸ਼ ਨੇ ਸਮਝ ਲਿਆ, ਉਹਨੂੰ ਇਹ ਮਨ ਦੇ ਅੰਦਰ ਵਿਚਾਰ ਇਹਦੇ ਪੈਦਾ ਹੋਣ ਲੱਗ ਵੀ ਹੁਣ ਮੇਰੇ ਜਿਹੜੇ ਸਰੀਰ ਤਿਆਗਣ ਦੇ ਦਿਨ ਨਾ ਬੜੇ ਨੇੜੇ ਹੀ ਪਹੁੰਚ ਚੁੱਕੇ ਹਨ। ਇਸ ਪ੍ਰਕਾਰ ਚਿੰਤਾ ਮੈਂ ਦੀਨਾ। ਇਉਂ ਦੇ ਦੇ ਕਰਕੇ ਆਪਣੇ ਸਕੇ ਪੁੱਤਰ ਨੂੰ ਇਹਦੇ ਮਨ ਦੇ ਵਿੱਚ ਬੜਾ ਫਿਕਰ ਬੜਾ ਝੋਰਾ ਬਦਨ ਲੱਗ ਪਿਆ। ਸ਼੍ਰੀ ਹੱਥ ਹੋਇਓ ਬਦਨ ਮਲੀਨਾ। ਇਹਦਾ ਜਿਹੜਾ ਚਿਹਰਾ ਤਾਂ ਹੋ ਗਿਆ ਬਿਲਕੁਲ ਉਦਾਸ, ਜੋ ਮੱਥੇ ਦੀ ਕ੍ਰਾਂਤੀ ਉਹ ਵੀ ਉਹ ਬਹੁਤ ਜ਼ਿਆਦਾ ਘਟ ਗਈ ਹੈ। ਸੰਡਾ ਮਰਕਾ ਲਖ ਗਤ ਤਾਸੂ। ਜਦੋਂ ਸੰਡਾਰ ਮਰਕਾ ਜਿਹੜੇ ਦੈਂਤਾਂ ਦੇ ਬੱਚਿਆਂ ਨੂੰ ਪੜਾਉਣ ਵਾਲੇ ਦੇ ਲਿਆ, ਇਹ ਤਾਂ ਵਿਚਾਰਾ ਬੜੀ ਇੱਕ ਇਹੋ ਜੀ ਭਿਆਨਕ ਚਿੰਤਾ ਦੇ ਵਿੱਚ ਫਸ ਗਿਆ ਹੈ। ਲੇਕਰ ਗਈ ਇਕੰਤ ਹਵਾਸੂ। ਉਹ ਸਮੇਂ ਹਰਨਾਕਸ਼ ਨੂੰ ਸਮਝਾਉਣ ਦੇ ਲਈ ਇਹ ਦੋਵੇਂ ਭਰਾ ਇਹਨੂੰ ਇਕਾਂਤ ਦੇ ਵਿੱਚ ਲੈ ਕਰਕੇ ਚਲੇ ਗਏ ਸਨ। ਸਮਝਾਵਾ ਕਹਿ ਮਧੁਰੀ ਬਾਨੀ। ਆਪਣੇ ਵੱਲੋਂ ਬੜੇ ਮਿੱਠੇ ਕੋਮਲ ਬਚਨ ਕਹਿੰਦੇ ਆ ਸੰਡਾ ਦੇ ਮਰਕਾ ਇਹਨੂੰ ਫਿਰ ਸਮਝਾਉਣ ਲੱਗ ਪਏ ਹਨ। ਸੁਨ ਛਿਤੇਸ਼ ਕਸ ਚਿੰਤਾ ਠਾਨੀ। ਕਹਿ ਲਗੇ ਐ ਰਾਜਨ ਤਿੰਨੇ ਲੋਕਾਂ ਦੇ ਮਾਲਕ ਤੂੰ ਐਵੇਂ ਉਹ ਮਾੜੀ ਜੀ ਗੱਲ ਪਿੱਛੇ ਕਿਉਂ ਇਤਨੀ ਜਿਹੜੀ ਚਿੰਤਾ ਮਨ ਦੇ ਵਿੱਚ ਧਾਰਨ ਕਰ ਲਈ ਹੈ। ਤਬ ਬਿਲੋਕ ਕੈ ਪ੍ਰਗਟੀ ਬਾਂਕੀ। ਵੀ ਦੇਖੋ ਤੁਹਾਡਾ ਨਾ ਜਿਹੜਾ ਬੜਾ ਤੇਜ ਪ੍ਰਤਾਪ ਤਿੰਨੇ ਲੋਕਾਂ 'ਚ ਫੈਲਿਆ ਹੋਇਆ ਨਾ, ਅਗਰ ਕਿਤੇ ਮਾੜੀ ਜੀ ਟੈਡੀ ਤਰ੍ਹਾਂ ਕੁੱਟੀ ਕਰਕੇ ਦੇਖ ਲਵਾਂ ਉਸੇ ਬਾਤ ਆ ਜਿਹੜੇ ਨਾ ਪਤਾਲ ਲੋਕ ਹੈ ਸੁਰਗ ਲੋਕ ਮਾਤ ਲੋਕ ਤਾਂ ਥਰ ਥਰ ਕੰਬਣ ਲੱਗ ਜਾਂਦੇ ਹਨ। ਤ੍ਰੈ ਲੋਕਾਂ ਨਾ ਸੁਧ ਰਹਿ ਨਾ ਕਾਂਕੀ। ਜੇ ਕਿਤੇ ਤੁਸੀਂ ਮਾੜੀ ਜੀ ਟੈਡੀ ਨਿਗਾਹ ਕਰਕੇ ਦੇ ਲਓ ਉਹ ਤਿੰਨੇ ਲੋਕਾਂ ਦੇ ਵਿੱਚ ਬਸਣ ਵਾਲੇ ਪ੍ਰਾਣੀਆਂ ਨੂੰ, ਚਾਹੇ ਕੋਈ ਮਨੁੱਖ ਹੈ ਦੇਵਤ ਹੈ, ਇਹਨਾਂ ਨੂੰ ਤਾਂ ਆਪਣੇ ਆਪ ਦੀ ਸੁੱਧ ਬੁੱਧ ਨਾਲ ਦੀ ਨਾਲ ਹੀ ਭੁੱਲ ਜਾਣੀ ਹੈ। ਸਿਸ ਕੀ ਕੇਤਕ ਬਾਤ ਜੋ ਦੀਨਾ। ਆ ਇੱਕ ਮਾੜੇ ਜੇ ਛੋਟੇ ਜਿਹੇ ਬੱਚੇ ਨੂੰ ਮਾਰਨ ਦੇ ਲਈ ਤੁਸੀਂ ਕਿਤਨੇ ਪਾਪੜ ਬੇਲਣ ਲੱਗ ਪਏ ਹੋ। ਤੁਮਰੇ ਹੈ ਸਭ ਲੋਕ ਦੀਨਾ। ਕਹਿ ਲਗੇ ਰਾਜਨ ਦੇਖ ਆ ਸਾਰੀ ਦੁਨੀਆ ਦੇ ਲੋਕ ਤਾਂ ਤੁਹਾਡੇ ਹੁਕਮ ਦੇ ਵਿੱਚ ਚੱਲਦੇ ਨੇ ਨਾ ਸਦਾ ਦੇ ਲਈ, ਤਾਂ ਕੀ ਹੋ ਗਿਆ ਜੈ ਨੇ ਤੁਹਾਡੀ ਹੁਕਮ ਅਦੁਲੀ ਕਰ ਦਿੱਤੀ ਹੈ। ਤਜ ਚਿੰਤਾ ਇੱਕ ਸੁਨੋ ਪਾਈ। ਉਸ ਸਮੇਂ
ਕਹਿ ਲਗੇ ਰਾਜਨ, ਤੁਸੀਂ ਮਨ ਦੇ ਵਿੱਚੋਂ ਫਿਕਰ ਕਰਦੇ ਆ ਦੂਰ, ਅਸੀਂ ਆਪਣੇ ਵੱਲੋਂ ਇੱਕ ਬਹੁਤ ਵੱਡਾ ਉਪਾਅ ਯਤਨ ਇਹਨੂੰ ਫਿਰ ਖਤਮ ਕਰਨ ਦੇ ਲਈ ਦੱਸਦੇ ਆ। ਵਰੁਣ ਪਾਸ ਸੋ ਬੰਦ ਹੋ ਲਿਆਈ। ਆਪਾਂ ਇਹ ਸੁਣੋ, ਜਿਹੜਾ ਇੱਕ ਵਰਨ ਨਾਮ ਦਾ ਸ਼ਾਸਤਰ ਵੀ ਜਿਹਦੇ ਨਾਲ ਫੌਜਾਂ ਔਰ ਰੱਸਿਆਂ ਦੇ ਨਾਲ ਬੰਨੀਆਂ ਜਾਂਦੀਆਂ ਹਨ, ਜਿਹਨੂੰ ਭਾਈ ਵੀ ਕਹਿ ਦਿੰਦੇ ਹਨ, ਵੀ ਆਪਾਂ ਉਹਦੇ ਨਾਲ ਬੰਨ ਕਰਕੇ ਨਾ ਪਾਤ ਪੈਰ ਲਾ ਦੂੰ, ਇੱਕ ਪਾਸੇ ਬਿਠਾ ਦੇਣਾ ਹੈ। ਸ਼ੁਕਰ ਨਿਕੀਤ ਆਈ ਹੈ ਜੋ ਲੋ। ਵੀ ਜਿਤਨਾ ਚਿਰ ਆਪਣੇ ਵੱਡੇ ਮੁਰਸ਼ਦ ਸ਼ੁਕਰਾਚਾਰਜ ਘਰ ਦੇ ਵਿੱਚ ਮੁੜ ਕਰਕੇ ਵਾਪਸ ਨਹੀਂ ਨਾ ਆ ਜਾਂਦੇ, ਉਤਨਾ ਟਾਈਮ ਆਪਾਂ ਵਸੇ ਨੂੰ ਇਕੱਲੇ ਨੂੰ ਉੱਥੇ ਬੰਨ ਕਰਕੇ ਬਿਠਾ ਦੇਣਾ ਹੈ। ਹਮ ਰੱਖ ਹੈ ਬੰਦੇ ਇਹ ਤੌਲੋ। ਉਤਨਾ ਟਾਈਮ ਇਹਨੂੰ ਬਸ ਅਸੀਂ ਜਿਵੇਂ ਕਹਿ ਦਈਏ ਵੀ ਮਕਾਨ ਦੇ ਅੰਦਰ ਬੰਦ ਕਰ ਦਿਆਂਗੇ, ਨਾ ਇਹ ਕਿਸੇ ਨੂੰ ਮਿਲੇ, ਨਾ ਅਸੀਂ ਇਹਦੇ ਕੋਲ ਦੂਜਾ ਕੋਈ ਵੀ ਮਨੁੱਖ ਆਉਣ ਨਹੀਂ ਦੇਣਾ। ਜਾਂ ਕੀ ਹਵੈ ਜਬ ਬੈਸ ਬਡੇਰੀ। ਵੀ ਜਦੋਂ ਭਗਤ ਪੈਰ ਲਾ ਦੀ ਉਮਰ ਕਾਫੀ ਵਡੇਰੀ ਹੋ ਜਾਣੀ ਹੈ। ਤਬ ਐ ਉਰ ਸੁਮਤ ਕਨੇਰੀ। ਕੋਈ ਗੱਲ ਨਹੀਂ, ਸਿਆਣਾ ਹੋ ਕੇ ਨੇ ਆਪਣੇ ਆਪ ਹੀ ਸਮਝਣ ਲੱਗ ਜਾਣਾ ਹੈ। ਸਿੱਖਿਆ ਦੀ ਸ਼ੁਕਰ ਪੁਨ ਆਈ। ਜਦੋਂ ਆਪਣੇ ਸ਼ੁਕਰਾਚਾਰਜ ਗੁਰੂ ਆ ਗਏ, ਉਹਨਾਂ ਨੇ ਫਿਰ ਸਿੱਖਿਆ ਦੇ ਕਰਕੇ ਨੂੰ ਬਿਲਕੁਲ ਸਿੱਧੇ ਰਾਹ ਪਾ ਦੇਣਾ ਹੈ। ਰਾਜਨੀਤ ਸਭ ਲੇਹ ਪੜਾਈ। ਜਦੋਂ ਇਹਨੇ ਰਾਜਨੀਤਿਕ ਵਿਦਿਆ ਪੜ੍ਹ ਲਈ, ਉਸੇ ਬਾਤ ਨਾਲ ਦੀ ਨਾਲ ਇਹਨੂੰ ਪਤਾ ਲੱਗ ਜੂ ਵੀ ਆਪਣੇ ਪਿਤਾ ਦਾ ਹੁਕਮ ਤਾਂ ਮੈਨੂੰ ਮੰਨਣਾ ਹੀ ਪਏਗਾ ਨਾ, ਤਾਂ ਫਿਰ ਮੈਨੂੰ ਆ ਰਾਜ ਭਾਗ ਦੀ ਪ੍ਰਾਪਤੀ ਹੋਣੀ ਹੈ। ਤਿਨ ਤੇ ਸੁਨ ਕਰ ਅਸ ਦਨ ਜੇਸ਼ਾ। ਜਦੋਂ ਇਹੋ ਜਿਹੇ ਮਿੱਠੇ ਕੋਮਲ ਵਚਨ ਕਹੇ, ਦੋਵੇਂ ਭਰਾਵਾਂ ਨੇ ਇਹਨੂੰ ਇਕਾਨ ਦੇ ਵਿੱਚ ਲਿਜਾ ਕਰਕੇ ਮਾਨ ਬਚਨ ਪੁਨ ਦਈ ਨਿਦੇਸ਼ਾ। ਇਹਨਾਂ ਦਾ ਬਚਨ ਮੰਨਦਿਆਂ ਹੋਇਆ ਫਿਰ ਹਰਨਾਕਸ਼ ਨੇ ਆਪਣੇ ਵੱਲੋਂ ਇਹ ਆਗਿਆ ਕਰ ਦਿੱਤੀ ਹੈ ਨੌਕਰਾਂ ਚਾਕਰਾਂ ਨੂੰ, ਲੈ ਜਾਵੋ ਦਿੜ ਬੰਦ ਪੜਾਵੋ। ਕਹਿ ਲੱਗਾ ਵੀ ਚੰਗਾ ਤੁਸੀਂ ਇਹਨੂੰ ਆਪਣੀ ਪਾਠਸ਼ਾਲਾ ਦੇ ਵਿੱਚ ਲੈ ਕੇ ਚਲੇ ਜਾਓ, ਉੱਥੇ ਫਿਰ ਇਹਨੂੰ ਚੰਗੀ ਤਰ੍ਹਾਂ ਰੱਸਿਆਂ ਦੇ ਨਾਲ ਬੰਨ ਕਰਕੇ ਬਸ ਆਪਣੇ ਪਾਸ ਹੀ ਰੱਖਣਾ ਹੈ। ਧਰਮ ਤਿਰ ਵਰਗ ਹੈ ਸਰਬ ਸਿਖਾਵੋ। ਤੇਰਾ ਵਰਗ ਹੈ, ਇਹਨੂੰ ਧਰਮ ਅਰਥ ਕਾਮ ਵੀ ਤਿੰਨ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਦ੍ਰਿੜ ਕਰਵਾਉਣੀਆਂ ਨੇ। ਚੌਥਾ ਕੀ ਹੁੰਦਾ? ਮੋਕਸ਼। ਧਰਮ ਅਰਥ ਕਾਮ ਮੋਕਸ਼, ਇਹ ਮੰਨੇ ਨੇ ਚਾਰ ਤਰ੍ਹਾਂ ਦੇ ਪਦਾਰਥ। ਕਹਿਣ ਲੱਗਿਆ ਵੀ ਮੁਕਤੀ ਬਾਰੇ ਤਾਂ ਗੱਲ ਕਰਨੀ ਨਾ ਕੋਈ ਵੀ, ਕੋਈ ਤੁਸੀਂ ਇਹਨਾਂ ਨੇ ਇਹਦੇ ਕੋਲ ਇੱਕ ਧਰਮ ਹੈ, ਅਰਥ ਕਾਮ, ਇਹ ਤਿੰਨੇ ਜਿਹੜੀਆਂ ਰਾਜਨੀਤਿਕ ਦੀਆਂ ਗੱਲਾਂ ਇਹਨੂੰ ਹਿਰਦੇ ਦੇ ਅੰਦਰ ਦ੍ਰਿੜ ਕਰਵਾ ਦੇਣੀਆਂ ਹਨ। ਸੰਡੇ ਮਰ ਕੇ ਬੰਧਨ ਕਰਕੇ। ਹੁਣ ਉਸੇ ਬਾਤ ਸੰਡਾਰ ਮਰਕਾ ਨੇ ਲਿਆ ਕਰਕੇ ਵਿਚਾਰੇ ਭਗਤ ਪ੍ਰਹਿਲਾਦ ਨੂੰ ਆਪਣੀ ਪਾਠਸ਼ਾਲਾ ਦੇ ਵਿੱਚ ਬੰਨ ਕਰਕੇ ਬਿਠਾ ਦਿੱਤਾ ਹੈ। ਰਾਖਿਓ ਅੰਤਰ ਮੋਕੋ ਕਰਕੇ। ਭਗਤ ਪ੍ਰਹਿਲਾਦ ਜੀ ਇਹ ਸਾਰੀ ਜਿਹੜੀ ਵਾਰਤਾ ਸੁਣਾਉਂਦੇ ਹੋਇਆ ਭਾਈ ਬਾਲਾ ਜੀ ਦੇ ਪਾਸ ਬੇਨਤੀ ਕਰਦੇ ਨੇ ਵੀ ਜਿਹਨੂੰ ਵੀ, ਜਿਸ ਨੂੰ ਕਹਿੰਦੇ ਨੇ ਨਾ ਇੱਕ ਨਾਗ ਫਾਸ ਨਾਮ ਦਾ ਸਾਤਰ, ਇਹਦੇ ਨਾਲ ਵੱਡੀਆਂ ਵੱਡੀਆਂ ਫੌਜਾਂ ਨੂੰ ਆਪਣੇ ਕੀਲ ਕੇ ਬਿਠਾ ਦਿੰਦੇ ਹਨ। ਕਹਿਣ ਲੱਗਿਆ ਮੈਨੂੰ ਵੀ ਇਹਨਾਂ ਨੇ ਆਪਣੇ ਪਾਠਸ਼ਾਲਾ ਦੇ ਵਿੱਚ ਬੰਨ ਕਰਕੇ ਬਿਠਾ ਲਿਆ। ਆਓ ਆਪਣੋ ਪਾਠ ਪੜਾਵਤ। ਹੁਣ ਰੋਜ਼ਾਨਾ ਸੰਡਾ ਦੇ ਮਰਕਾ ਆਪਣੀ ਜਿਹੜੀ ਸਿੱਖਿਆ ਹੈ, ਆਪਣਾ ਜਿਹੜਾ ਪਾਠ ਮੈਨੂੰ
ਪੜਾਉਣ ਲੱਗ ਪਏ ਸਨ। ਤਿਨ ਕੋ ਕਹੀਓ ਨਾ ਮਨ ਮਹਿ ਭਾਵਤ। ਪਰ ਹੁਣ ਉਹਨਾਂ ਦਾ ਕਿਹਾ ਹੋਇਆ ਬਚਨ ਉਹ ਤਾਂ ਮੈਨੂੰ ਕਦੇ ਵੀ ਮਨ ਦੇ ਵਿੱਚ ਚੰਗਾ ਨਹੀਂ ਲੱਗਦਾ ਸੀ। ਪ੍ਰਹਲਾਦ ਪਠਾਏ ਪੜਨ ਸਾਲ, ਸੰਗ ਸਕਾ ਬੋਲੀਏ ਬਾਲ, ਮੋਕੋ ਕਾ ਪੜਾਵਸ ਆਲ ਜਾਲ, ਮੇਰੀ ਪਟਿਆ ਲਿਖ ਦਿਓ ਗੋਪਾਲ। ਪ੍ਰਹਲਾਦ ਪਠਾਏ ਪੜਨ ਸਾਲ। ਭਗਤ ਕਬੀਰ ਜੀ ਨੇ ਵੀ ਬਚਨ ਕੀਤੇ ਹੋਏ ਹਨ ਆਪਣੀ ਰਸਨਾ ਤੋਂ ਵੀ ਜਦੋਂ ਭਗਤ ਪ੍ਰਹਲਾਦ ਨੂੰ ਆ ਕੇ ਆਪਣੀ ਇਹ ਵਿਦਿਆ ਪੜਾਉਣ ਦਾ ਯਤਨ ਕਰਦੇ ਸਨ। ਪਰ ਉਸ ਸਮੇਂ ਜਵਾਬ ਦਿੱਤਾ ਆਪਣੇ ਵੱਲੋਂ। ਭਗਤ ਪ੍ਰਹਲਾਦ ਜੀ ਨੇ ਸੰਗ ਸਖਾ ਬੋਲੀਏ ਵਾਲੋ ਤੇ ਹੋਰ ਵੀ ਬੜੇ ਛੋਟੀ ਛੋਟੀ ਉਮਰ ਦੇ ਜਿਹੜੇ ਲੜਕੇ ਪਾਠਸ਼ਾਲਾ ਦੇ ਵਿੱਚ ਪੜ੍ਹਿਆ ਕਰਦੇ ਸੀ। ਸੰਗ ਸਖਾ ਬੋਲੀਏ ਬਾਲ, ਉੱਤਰ ਕੀ ਦਿੱਤਾ ਮੋਕੋ ਕਾ ਪੜਾਵਸ ਆਲ ਜਾਲ, ਮੇਰੀ ਪਟਿਆ ਲਿਖ ਦਿਓ ਸ੍ਰੀ ਗੋਪਾਲ। ਆਪਣੇ ਉਸਤਾਦਾਂ ਨੂੰ ਭਗਤ ਪ੍ਰਹਲਾਦ ਜੀ ਕਹਿਣ ਲੱਗੇ ਵੀ ਜੇ ਪੜ੍ਹਾਉਣੀ ਹੈ ਮੈਂ ਤਾਂ ਆਪਣੀ ਪੱਟੀ ਦੇ ਉੱਪਰ, ਜਿਹਨੂੰ ਫੱਟੀ ਕਹਿ ਦਿੰਦੇ ਨੇ, ਛੋਟੀ ਜੀ ਪਹਿਲੇ ਜਵਾਨਿਆਂ 'ਚ ਬੱਚਿਆਂ ਪਾਸ ਹੁੰਦੀਆਂ। ਅੱਜ ਕੱਲ੍ਹ ਤਾਂ ਇਹੋ ਜਿਹਾ ਸਾਧਨ ਹੀ ਬਿਲਕੁਲ ਚੇਂਜ ਹੋ ਚੁੱਕੇ ਹੈ। ਮੇਰੀ ਪਟਿਆ ਲਿਖ ਦਿਓ ਸ੍ਰੀ ਗੋਪਾਲ, ਵੀ ਮੈਂ ਤਾਂ ਆਪਣੀ ਪੱਟੀ ਦੇ ਉੱਪਰ ਆ ਪਰਮਾਤਮਾ ਦੇ ਨਾਮ ਹੀ ਲਿਖਣੇ ਹਨ। ਰਾਗ ਦਵੈਖ ਜਿਹ ਮਾਹੇ ਵਿਸਾਲਾ। ਪਰ ਜਿਨ੍ਹਾਂ ਦੇ ਚਿੱਤ ਦੇ ਅੰਦਰ ਰਾਗ ਹੈ, ਦਵੈਸ਼ ਹੈ, ਈਰਖਾ ਵਕੀਲੀ ਰੂਪੀ ਬੜੀ ਮੈਲ ਭਰੀ ਹੋਈ ਹੈ, ਕਿਉ ਮਨ ਰੁਚੈ ਜਗਤ ਜੰਜਾਲਾ। ਉਹਨਾਂ ਦੇ ਮਨ ਦੇ ਵਿੱਚ ਤਾਂ ਹਮੇਸ਼ਾ ਵਾਸਤੇ ਦੁਨਿਆਵੀ ਧੰਦਿਆਂ ਦੀ ਖਿੱਚ ਤਾਂ ਜ਼ਰੂਰ ਪੈਦਾ ਹੋ ਜੂ। ਹੁਣ ਜਿਨ੍ਹਾਂ ਦੇ ਅੰਦਰ ਇਹੋ ਜਿਹੇ ਕੋਲ ਕਵਾੜ ਦੀਆਂ ਵਿਚਾਰਾਂ, ਰਾਗ ਦਵੈਸ਼ ਭਰੀ ਹੋਈ ਆ, ਉਹਨਾਂ ਤੋਂ ਫਿਰ ਆ ਜਿਹੜੇ ਦੁਨਿਆਵੀ ਧੰਦੇ ਹੀ ਭਾਇਆ ਕਰਦੇ ਹਨ। ਸ਼੍ਰੀ ਕਰਤਾਰ ਚਰਨ ਲਿਵ ਲਾਗੀ। ਪਰ ਜਿਨ੍ਹਾਂ ਦੀ ਲਿਵ ਪ੍ਰਭੂ ਦੇ ਚਰਨਾਂ ਦੇ ਨਾਲ ਹੀ ਸਦਾ ਵਾਸਤੇ ਜੁੜ ਚੁੱਕੀ ਹੈ। ਐਨਿਸ ਵਿੱਚ ਵਿਵੇਕ ਅਨੁਰਾਗੀ। ਹੁਣ ਜਿਨ੍ਹਾਂ ਦੇ ਹਿਰਦੇ ਦੇ ਅੰਦਰ ਇਹੋ ਜਿਹਾ ਵਿਵੇਕ, ਇਹੋ ਜਿਹਾ ਗਿਆਨ ਪਰਮਾਤਮਾ ਨੇ ਬਖਸ਼ ਦਿੱਤਾ ਹੈ, ਜਗਤ ਆਸਾਰ ਸਰਬ ਹੀ ਜਾਨਾ। ਉਹਨਾਂ ਨੇ ਤਾਂ ਫਿਰ ਤਿੰਨੇ ਕਾਲਾਂ 'ਚ ਸਦਾ ਦੇ ਲਈ ਇਸ ਦੁਨੀਆ ਨੂੰ ਬਿਲਕੁਲ ਮਿਥਿਆ ਔਰ ਕਲਪਤ ਅਭਾਵ ਸਮਝਿਆ ਹੋਇਆ। ਸਿਮਰਨ ਨਾਮ ਸਾਰ ਇਕ ਮਾਨਾ। ਸਾਰ ਵਾਤੂ ਕਿਹੜੀ ਹੈ? ਵਾਹਿਗੁਰੂ ਦਾ ਨਾਮ ਕਿੰਨੀ ਬਣ ਜਿਆ ਕਾਂਸੀ ਤਾਂਬਾ, ਕਿੰਨੀ ਲੌਂਗ ਸਪਾਰੀ ਸੰਤੋ ਬਣ ਜਿਆ। ਨਾਮ ਗੋਬਿੰਦ ਕਾ ਐਸੀ ਖੇਪ ਮਾਰੀ ਹਰ ਕੇ, ਨਾਮ ਕੇ व्यापारी ਕਬੀਰ। ਲੂਟਣ ਹੈ ਤਾਂ ਲੂਟ ਲੈ, ਰਾਮ ਨਾਮ ਹੈ ਲੋਟ, ਫਿਰ ਪਾਛੈ ਪਛਤਾਓਗੇ, ਪ੍ਰਾਨ ਜਾਏਂਗੇ ਛੂਟਿਓ ਜੀ ਲੁੱਟ। ਜਿਨ੍ਹਾਂ ਸਤਿਪੁਰਸ਼ਾਂ ਨੇ ਮਾਤਲੋ ਦੀ ਧਰਤੀ ਦੇ ਉੱਪਰ ਜਨਮ ਧਾਰਨ ਕਰਕੇ ਲੁੱਟੀਆਂ ਨਾ, ਉਹਨਾਂ ਦੇ ਨਾਮ ਨੂੰ ਅੱਜ ਵੀ ਸੰਸਾਰ ਦੇ ਕੋਨੇ-ਕੋਨੇ ਦੇ ਵਿੱਚ ਕੋਈ ਵੀ ਭੁੱਲਿਆ ਨਹੀਂ ਹੋਇਆ। ਬੱਚਾ ਹੈ, ਬੱਚਾ ਹੈ, ਜਵਾਨ ਹੈ, ਬਜ਼ੁਰਗ ਹੈ, ਸਾਰੇ ਆਪਣੇ ਆਪ ਹੀ ਭਗਤ ਕਬੀਰ ਜੀ ਦੇ ਨਾਮ ਨੂੰ ਜਾਣ ਲੈਂਦੇ ਹਨ। ਜਬ ਸੋ ਘਰ ਕੀ ਕਾਜ ਸਿਧਾਵੇ। ਭਗਤ ਪ੍ਰਹਲਾਦ ਜੀ ਦੱਸਦੇ ਨੇ ਵੀ ਜਦੋਂ ਨਾ ਕਿਤੇ ਸੁੰਡਾ ਦੀ ਮਰਕਾ ਬੱਚਿਆਂ ਨੂੰ ਪੜ੍ਹਾ ਕੇ ਹੁਣ ਆਪਣੇ ਘਰ ਦੇ ਵਿੱਚ ਕੋਈ ਆਪਣਾ ਕੰਮ ਧੰਦਾ ਕਰਨ ਦੇ ਲਈ ਚਲੇ ਜਾਂਦੇ ਸਨ। ਤਬ ਦੈਂਤਨ ਕੀ ਬਾਲਕ ਆਵੇ। ਉਸ ਬਾਤ ਹਮ ਅਵਸਥਾ ਦੇ ਬਹੁਤ ਸਾਰੇ ਦੈਂਤਾਂ ਰਾਖਸ਼ਾਂ ਦੇ ਜਿਹੜੇ ਭਰ ਕੇ ਮੇਰੇ ਪਾਸ
ਚੱਲ ਕਰਕੇ ਆ ਜਾਂਦੇ ਸਨ। ਸ਼ੁਭ ਉਪਦੇਸ਼ ਦਿਓ ਮੈਂ ਤਾਹੋ, ਹੁਣ ਉਹਨਾਂ ਨਿੱਕੇ ਨਿੱਕੇ ਬੱਚਿਆਂ ਨੂੰ ਪਾਏ ਤੋਂ ਪੈਰ ਲਾ ਦੇਣੇ, ਉਹੀ ਜਿਸ ਕੈ ਅੰਤਰ ਵਸੈ ਨਿਰੰਕਾਰ ਤਿਸ ਕੀ ਸੀਖ ਤਰਾ ਸੰਸਾਰ, ਉਹਨਾਂ ਨੂੰ ਵੀ ਵਾਰ-ਵਾਰ ਵਿਸ਼ਨੂੰ ਭਗਵਾਨ ਦੇ ਨਾਮ ਦੀ ਜਿਹੜੀ ਮਹਿਮਾ ਵਡਿਆਈ ਹੈ ਉਹਦੇ ਬਾਰੇ ਦੱਸਣ ਲੱਗ ਜਾਂਦੇ ਸਨ। ਸਿਮਰੇ ਮਨ ਵਿੱਚ ਰਾਮ ਨਾਮ ਪਾਂਦੇ ਹੋਏ ਰਹੇ ਬਿਸਮਾਦ, ਉਹ ਸਮੇਂ ਜਿਹੜੇ ਪਾਂਦੇ ਸੰਡਾ ਔਰ ਮਰਗਾਏ ਵੀ ਮਨ ਦੇ ਵਿੱਚ ਬੜੇ ਹੈਰਾਨ ਹੋਣ ਲੱਗ ਪਏ ਸਨ। ਸੁਨ ਕਰ ਸੋ ਧਰ ਹੈ ਉਰ ਮਾਹੂ, ਹੁਣ ਉਹਨਾਂ ਲੜਕਿਆਂ ਨੇ ਬਾਲਕਿਆਂ ਨੇ ਉਹੀ ਸੁਣ ਕਰਕੇ ਮੇਰੇ ਵਚਨ ਮਨ ਦੇ ਵਿੱਚ ਧਾਰਨ ਕਰ ਲਏ ਸੀ। ਬੁਝ ਹੈ ਸੁਨ ਕਰ ਪ੍ਰਸ਼ਨ ਬਹੋਰੀ, ਫਿਰ ਕਈ ਉਹਨਾਂ ਦੇ ਵਿੱਚੋਂ ਜਿਹੜੇ ਥੋੜੇ ਜਿਹੇ ਹੈਗੇ ਸਿਆਣੇ ਵੱਡੀ ਉਮਰ ਵਾਲੇ, ਉਹ ਭਗਤ ਪ੍ਰਹਿਲਾਦ ਜੀ ਨੂੰ ਹੈਰਾਨ ਹੋ ਕੇ ਪੁੱਛਣ ਵੀ ਲੱਗ ਜਾਂਦੇ ਸਨ। ਜਗ ਹੈ ਤਿਨ ਉਰ ਭਗਤ ਨਾ ਥੋਰੀ, ਸੁਣ ਕੇ ਮੇਰੇ ਬਚਨਾਂ ਨੂੰ ਬੜੀ ਪ੍ਰੇਮਾ ਭਗਤੀ ਉਹਨਾਂ ਦੇ ਮਨ ਦੇ ਵਿੱਚ ਵੀ ਪੈਦਾ ਹੋਣ ਲੱਗ ਪਈ ਹੈ। ਦੋਹਰਾ ਸ਼੍ਰੀ ਗੁਰ ਪਗ ਕੇਤਕ ਪੁਸ਼ਪ, ਅਗਲਾ ਅਧਿਆਇ ਆਰੰਭ ਕਰਦੇ ਹੋਇਆਂ ਕਵੀ ਜੀ ਨੇ ਸਤਿਗੁਰੂ ਜੀ ਦੇ ਚਰਨਾਂ ਦਾ ਬੜਾ ਸੁੰਦਰ ਮੰਗਲ ਕੀਤਾ। ਕੈਸੇ ਨੇ ਗੁਰੂ ਬਾਬਾ ਜੀ ਦੇ ਸੋਹਣੇ ਚਰਨ, ਜਿਵੇਂ ਹੁੰਦਾ ਇੱਕ ਮਾਲ ਕੈਤਕੀ ਜਾਂ ਕਿਉੜੇ ਦਾ ਫੁੱਲ, ਸ੍ਰੀ ਗੁਰ ਸਤਿਗੁਰੂ ਜੀ ਦੇ ਜਿਹੜੇ ਚਰਨ ਇਸੇ ਤਰ੍ਹਾਂ ਬੜੇ ਨਿਰਮਲ ਉਜਲ ਹਨ। ਪ੍ਰੇਮ ਸ਼੍ਰੀ ਗੁਰ ਪਗ ਕੇਤਕ ਪੁਸ਼ਪ, ਇਹ ਸਤਿਗੁਰੂ ਜੀ ਦੇ ਜਿਹੜੇ ਚਰਨ ਕਿਉੜੇ ਔਰ ਮਾਲ ਕੈਤਕੀ ਦੇ ਫੁੱਲ ਦੇ ਸਮਾਨ ਬੜੇ ਹੀ ਉਜਲ ਰੰਗ ਦੇ ਹਨ। ਪ੍ਰੇਮ ਕੰਟ ਜਿਹ ਸੰਗ, ਪਰ ਉਹਨਾਂ ਚਰਨਾ ਰੂਪੀ ਫੁੱਲ ਦੇ ਨਾਲ ਇੱਕ ਨਾ ਇੱਕ ਜਿਹੜਾ ਪ੍ਰੇਮ ਰੂਪੀ ਕੰਡਾ ਵੀ ਨਾਲ ਹੀ ਲੱਗਿਆ ਹੋਇਆ ਹੈ। ਮਨ ਮਲਿੰਦ ਕੋ ਬੇਦ ਕਰ, ਵੀ ਉਸ ਪ੍ਰੇਮ ਰੂਪੀ ਕੰਡੇ ਦੇ ਨਾਲ ਜਦੋਂ ਮੈਂ ਆਪਣੇ ਮਨ ਰੂਪੀ ਭੋਰੇ ਨੂੰ ਬਿੰਨ ਲਿਆ, ਕਹੋ ਕਥਾ ਸ ਉਮੰਗ, ਕਵੀ ਜੀ ਬੇਨਤੀ ਕਰਦੇ ਨੇ ਵੀ ਬੜੇ ਉਤਸ਼ਾਹ ਚਾਅ ਦੇ ਨਾਲ ਮੈਂ ਗੁਰੂ ਬਾਬਾ ਜੀ ਦੀ ਪਾਵਨ ਕਥਾ ਉਚਾਰਨ ਕੀਤੀ ਹੈ। ਸ਼੍ਰੀ ਬਾਲਾ ਸੰਦਰ ਵਾਚ, ਭਾਈ ਬਾਲਾ ਜੀ ਇਹ ਮਹਾਰਾਜ ਦਾ ਸਾਰਾ ਹੀ ਪਾਵਨ ਇਤਿਹਾਸ ਖੰਡੂਰ ਸਾਹਿਬ ਦੀ ਪਾਵਨ ਧਰਤੀ ਤੇ ਸਰੋਤਿਆਂ ਨੂੰ ਸੁਣਾਉਂਦੇ ਹੋਇਆਂ ਅਰਜ ਕਰਦੇ ਨੇ ਆਪਣੇ ਵੱਲੋਂ। ਚੌਪਈ ਸੁਣ ਸ਼੍ਰੀ ਅੰਗਦ ਕਥਾ ਪੁਨੀਤਾ, ਇਹ ਧੰਨ ਸਤਿਗੁਰੂ ਅੰਗਦ ਹੈ ਜੀ ਮਹਾਰਾਜ ਸੱਚੇ ਪਾਤਸ਼ਾਹ ਆਪ ਅੱਗੇ ਗੁਰੂ ਬਾਬਾ ਜੀ ਦੀ ਉਹ ਜੀ ਪਵਿੱਤਰ ਕਥਾ ਸੁਣਨੀ ਕਰੋ। ਕਹਿਤ ਪ੍ਰਹਲਾਦ ਭਇਓ ਜਸ ਰੀਤਾ, ਜਿਵੇਂ ਜਿਵੇਂ ਭਗਤ ਪ੍ਰਹਲਾਦ ਜੀ ਨੇ ਨਾ ਆਪਣਾ ਸਾਰਾ ਜਿਹੜਾ ਇਤਿਹਾਸ ਬੜੇ ਵਿਸਤਾਰ ਦੇ ਸਹਿਤ ਸੁਣਾਉਣਾ ਕੀਤਾ ਸੀ। ਦੈਤ ਪੁੱਤਰ ਜਬ ਢਿੱਗ ਹਵੈ ਬੈਸੇ, ਹੁਣ ਜਦੋਂ ਬੜੇ ਦੈਂਤਾਂ ਦੇ ਛੋਟੇ ਵੱਡੇ ਬੱਚੇ ਇਕੱਠੇ ਹੋ ਕੇ ਮੇਰੇ ਪਾਸ ਚਾਰੇ ਪਾਸੇ ਬੈਠ ਜਾਂਦੇ ਸੀ। 300 ਬਚਨ ਸੁਭਾਗ ਉਪਦੇਸ਼ੀ, ਮੈਂ ਵੀ ਉਸ ਸਮੇਂ ਐਸੇ ਅੰਮ੍ਰਿਤ ਦੇ ਸਮਾਨ ਮਿੱਠੇ ਮਿੱਠੇ ਜਦੋਂ ਉਹਨਾਂ ਨੂੰ ਬਚਨ ਆਪਣੇ ਵੱਲੋਂ ਸੁਣਾਇਆ ਕਰਦਾ ਸੀ। ਧਨੁਜ ਸੁਤ ਹੈ ਸੁਨੀਹ ਦੇ ਕਾਨਾ, ਉਸ ਸਮੇਂ ਭਗਤ ਪ੍ਰਹਲਾਦ ਜੀ ਉਹਨਾਂ ਬੱਚਿਆਂ ਨੂੰ ਆਪਣੇ ਵੱਲੋਂ ਸੰਬੋਧਨ ਕਰਦੇ ਹੋਏ ਬਚਨ ਕਰਦੇ ਹਨ। ਕਰੋ ਪ੍ਰਾਨ ਨਿਜ ਕੋ ਕਲਿਆਣਾ, ਇਹ ਬਾਲਕਿਓ ਜੇ ਤੁਸੀਂ ਆਪਣੇ ਪ੍ਰਾਣਾਂ ਦਾ ਆਪਣੇ ਮਨੁੱਖਾ ਜਨਮ ਦਾ ਲਾਭ ਪ੍ਰਾਪਤ ਕਰਨਾ ਚਾਹੁੰਦੇ ਹੋ, ਇਹੋ ਤਨ ਦੁਰਲਭ ਜਾਨੋ ਭਾਈ, ਵੀ ਇਹ ਜਿਹੜੀ ਜੈ ਪ੍ਰਸਾਦ ਰੋਗ ਕੰਚਨ ਦੇਹੀ ਲੈਵਲਾਵੋ ਤੇ ਸਰਾਮ ਸਨੇਹੀ ਸੋਨੇ ਵਰਗੀ ਸੁੰਦਰ ਦੇ
ਵਾਹਿਗੁਰੂ ਦੀ ਕਿਰਪਾ ਦੇ ਨਾਲ ਤੁਹਾਨੂੰ ਮਸਾ ਮਸਾ ਪ੍ਰਾਪਤ ਹੋਈ ਹੈ। ਫਿਰਤ ਫਿਰਤ ਬਹੁਤੇ ਜੁਗਾਰੇ ਪਤਾ ਨਹੀਂ ਕਿਤਨੇ ਜੁਗਾਂ ਦਾ ਯੁੱਗ ਬਤੀਤ ਹੋ ਚੁੱਕੇ ਹਨ। ਫਿਰਤ ਫਿਰਤ ਬਹੁਤੇ ਜੁਗ ਹਾਰਿਓ, ਮਾਨਸ ਦੇ ਲਹੀ ਨਾਨਕ ਕਹਿਤ ਮਿਲਨ ਕੀ ਬਰੀਆ। ਸਿਮਰਤ ਕਹਾਣੀ ਸਫਲ ਹੈ, ਪ੍ਰਭੂ ਦੇ ਸਿਮਰਨ ਦੁਆਰਾ ਹੀ ਹੋਣੀ ਹੈ। ਪੁਨ ਅਸਥਰ ਨਹਿ ਜਗਤ ਰਹਾਈ। ਪੈਰ ਕੋਈ ਵੀ ਅੱਜ ਤੱਕ ਇਸ ਮਿਰਤੂ ਮੰਡਲ ਦੇ ਵਿੱਚ ਸਥਿਰ ਨਹੀਂ ਰਹਿ ਸਕਿਆ। ਜਦੋਂ ਵਾਰੀ ਆ ਗਈ, ਬੜੇ ਬੜੇ ਪੀਰ ਪਕੰਬਰ ਔਲੀਆ ਅਵਤਾਰ ਰਿਸ਼ੀ ਮੁਨੀ, ਬੜੇ ਬੜੇ ਮਾ ਤੇਜ ਪ੍ਰਤਾਪੀ ਰਾਜੇ ਮਹਾਰਾਜ, ਉਹ ਵੀ ਆਪੋ ਆਪਣੀ ਵਾਰੀ ਤੁਰ ਗਏ ਨੇ ਨਾ ਇਸ ਸੰਸਾਰ ਦੇ ਵਿੱਚੋਂ। ਸੇਵਹੁ ਸ਼੍ਰੀਪਤ ਚਰਨ ਸਰੋਜਾ। ਪਰ ਜਦੋਂ ਤੁਸੀਂ ਵਿਸ਼ਨੂੰ ਭਗਵਾਨ ਦੇ ਸੋਹਣੇ ਚਰਨਾਂ ਦੀ ਨਾ ਬੜੀ ਸੇਵਾ ਕਰਨ ਲੱਗ ਜਾਣਾ, ਤਜੋ ਰਿਧੀ ਤੀ ਮਨ ਮਨੋਜਾ। ਆਪਣੇ ਹਿਰਦੇ ਦੇ ਵਿੱਚੋਂ ਜਿਹੜੀਆਂ ਬਣੀਆਂ ਖੋਟੀਆਂ ਬਾਸ਼ਨਾਵਾਂ ਜਦੋਂ ਤੁਸੀਂ ਬਿਲਕੁਲ ਆਪਣੇ ਬਾਹਰ ਕੱਢ ਦੇਣੀਆਂ ਹਨ। ਨਿਸ ਦਿਨ ਸਿਮਰਨ ਨਾਮ ਮਹਾਨਾ। ਨਿਕਾਲਾਂ ਦੀਆਂ ਉਹਨਾਂ ਦੀਆਂ ਨੇ ਵੀ ਜਿਹੜੇ ਦਿਨ ਰਾਤ ਇਹ ਬੰਦਗੀ ਦੇ ਵਿੱਚ ਹੀ ਜਾਂ ਫਿਰ ਇਸ ਚੰਚਲ ਮਨ ਨੂੰ ਪ੍ਰੇਮਾ ਭਗਤੀ ਦੇ ਵਿੱਚ ਜੋੜ ਕਰਕੇ ਰੱਖਦੇ ਹਨ। ਉਹਨਾਂ ਦੀਆਂ ਫਿਰ ਜਿਹੜੀ ਅੰਦਰਲੀਆਂ ਕੂੜ ਕਵਾੜ ਦੀਆਂ ਵਿਚਾਰਾਂ ਫਿਰ ਕਿਤੇ ਬਾਹਰ ਨਿਕਲਣੀਆਂ ਹਨ। ਸਭ ਸੁਖ ਧਾਮ ਕਰਤ ਕਲਿਆਣਾ। ਜੋ ਸਾਰੇ ਸੁੱਖਾਂ ਦਾ ਘਰ ਕੌਣ ਹੈ? ਅਕਾਲ ਪੁਰਖ ਵਾਹਿਗੁਰੂ। ਵੀ ਜਦੋਂ ਉਹਦਾ ਜਪੋਗੇ ਨਾ ਨਾਮ, ਫਿਰ ਤੁਹਾਡੀ ਕਲਿਆਣ ਵੀ ਹੋ ਜਾਣੀ ਹੈ। ਤਜੋ ਭੋਗ ਹਿਤ ਕਰਨ ਉਪਾਈ। ਜੋ ਦੁਨੀਆ ਦੇ ਵਿਸ਼ੇ ਵਕਾਰਾਂ ਭੋਗਾਂ ਦੇ ਲਈ ਨਾਨਾ ਪ੍ਰਕਾਰ ਦੇ ਉਪਾਅ ਯਤਨ ਤੁਸੀਂ ਕਰਨੇ, ਇਹ ਬੰਦ ਕਰ ਦੇਣੇ ਹਨ। ਇਹ ਸਭ ਜੋ ਨਾ ਵਿਖੇ ਕਰ ਆਈ। ਬਾਅਦ ਪਹਿਲਾ ਜੀ ਕਹਿਣ ਲੱਗੇ ਵੀ ਦੇਖੋ ਇਹ ਜਿਹੜੇ ਦੁਨਿਆਵੀ ਰੰਗ ਰਲੀਆਂ ਦੇ ਸੁੱਖ ਵਿਸ਼ੇ ਵਕਾਰਾਂ ਦੇ ਭੋਗ ਤਾਂ ਸੁਤੇ ਸਿੱਧੀ ਬਿਨਾਂ ਕਿਸੇ ਯਤਨ ਤੋਂ ਸਾਰੀਆਂ ਦੁਨੀਆ ਦੇ ਵਿੱਚ ਹੀ ਪ੍ਰਾਪਤ ਹੋ ਰਹੇ ਹਨ। ਸ਼ੋਕਰ ਸਵਾਨ ਆਦ ਪਸ ਜੇਉ। ਚਾਹੇ ਕੋਈ ਸ਼ੂਕਰ ਹੈ, ਕੁੱਕਰ ਹੈ, ਪਸ਼ੂ ਪੰਛੀ, ਸਾਰਿਆਂ ਨੂੰ ਐਸੇ ਜਿਹੜੇ ਦੁਨਿਆਵੀ ਰੰਗ ਰਲੀਆਂ ਦੇ ਸੁੱਖ ਖੁੱਲੇ ਡੋਲੇ ਅੱਠੇ ਪੈਰੀ ਪ੍ਰਾਪਤ ਹੋ ਰਹੇ ਹਨ। ਕਰਮਾਂ ਦੀਨ ਪਾਏ ਸਭ ਤੇਉ। ਉਹ ਕਰਮਾਂ ਦੇ ਮੁਤਾਬਕ ਜਿਉ ਜੀ ਕਿਸੇ ਨੇ ਦੇਈ ਕਿ ਜਿਉ ਜਿਹਾ ਸਰੀਰ ਧਾਰਨ ਕੀਤਾ ਹੈ, ਤੇ ਉੱਥੇ ਹੀ ਉਹਨਾਂ ਨੂੰ ਇਹ ਵਿਸ਼ੇ ਵਕਾਰਾਂ ਦੇ ਭੋਗ ਪ੍ਰਾਪਤ ਹੋ ਰਹੇ ਹਨ। ਇੰਦਰੀ ਸੁਖ ਪਾਇਤ ਸਭ ਠੌਰਾ। ਇਹੋ ਜਿਹੇ ਵਿਸ਼ੇ ਵਕਾਰਾਂ ਦੇ ਸੁੱਖ ਦਾ ਹਰੇਕ ਨੂੰ ਹਰੇਕ ਥਾਂ ਤੇ ਹੀ ਪ੍ਰਾਪਤ ਹੋ ਜਾਂਦੇ ਹਨ। ਪਰ ਜਿਹੜਾ ਹੈ ਪਰਮਾਤਮਾ ਦੇ ਨਾਮ ਦਾ ਰਸ ਕਬੀਰ ਡਗਮਗ ਕਿਆ ਕਰਹਿ। ਕਾ ਡਲਾਵੇ ਜੀਓ ਸਰਬ ਸੂਕੋ ਨਾਇਕੋ। ਰਾਮ ਨਾਮ ਰਸ ਪੀਓ। ਇਹਨੂੰ ਹਾਸਲ ਕਰਨ ਦੇ ਲਈ ਜਗਿਆਸੂ ਨੂੰ ਕਿਤਨੇ ਵੱਡੇ ਵੱਡੇ ਉਪਾਅ, ਕਿਤਨੀ ਜਿਹੜੀ ਕਠਨ ਸਾਧਨਾ ਕਰਦੇ ਨੇ ਨਾ ਰਿਸ਼ੀ ਮੁਨੀ ਸਾਧੂ ਮਹਾਤਮਾ। ਰੋਈਆਂ ਬਿਆਵਾਨਾਂ 'ਚ ਭੁੱਖਿਆ ਤੇ ਆਇਆ ਰਹਿ ਕੇ ਫਰੀਦਾ ਰੋਟੀ ਮੇਰੀ ਕਾਠ ਕੀ, ਲਾਵਣ ਮੇਰੀ ਭੁੱਖ, ਜਿੰਨਾ ਖਾਦੀ ਚੋਪੜੀ, ਕਣੇ ਸਹਿਣ ਗਏ ਦੁੱਖ, ਰੁੱਖੀ ਸੁੱਖੀ ਖਾਏ ਗਏ, ਠੰਡਾ ਪਾਣੀ ਪੀਓ ਦੇਖ ਪਰਾਈ, ਚੋਪੜੀ ਨਾ ਤਰਸਾਏ ਜੀਓ। ਬਾਬਾ ਫਰੀਦ ਜੀ ਨੇ ਵੀ ਸੰਤੋਖ ਦੇ ਵੱਲ ਇਹਨਾਂ ਵਚਨਾਂ 'ਚ ਇਸ਼ਾਰੇ ਕੀਤੇ ਹੋਏ ਹਨ। ਪਤ ਪਹਿਲਾ ਜੀ ਕਹਿਣ ਲੱਗੇ ਦੇਖੋ ਬੱਚਿਓ, ਇਹ ਜਿਹੜੇ ਵਿਸ਼ੇ ਵਕਾਰਾਂ ਦੇ ਭੋਗ ਸੁਖਿਤਾ ਹਰੇਕ
ਜੂਨੀ ਦੇ ਵਿੱਚ ਬਿਨਾਂ ਜਤੋਂ ਤੋਂ ਹੀ ਸਾਰਿਆਂ ਨੂੰ ਪ੍ਰਾਪਤ ਹੋ ਰਹੇ ਹਨ। ਬਿਨ ਪਰਿਆਸ ਖਗ ਆਦ ਜੀ ਔਰਾ, ਬਿਨਾਂ ਯਤਨ ਬਿਨਾਂ ਉਪਾਅ ਤੋਂ ਬੜੇ ਹੋ ਜੇ ਸੁੱਖ ਚਾਰੇ ਖਾਣੀਆਂ ਦੇ ਵਿੱਚ ਪੈਦਾ ਹੋਣ ਵਾਲੇ ਜੀਵਾਂ ਨੂੰ ਮਿਲ ਰਹੇ ਨੇ ਤੁਹਾਡੇ ਸਾਹਮਣੇ ਹੀ। ਬਿਨ ਸ਼ੰਕਾ ਤੇ ਬਾਸੁਰ ਰਾਤੀ, ਤੇ ਕੋਈ ਵੀ ਉਹਨਾਂ ਦੇ ਅੰਦਰ ਐਸਾ ਸ਼ੰਕਾ ਕੋਈ ਵੀ ਜਿਹੜਾ ਭੁਲੇਖਾ ਨਹੀਂ ਪੈਦਾ ਹੁੰਦਾ ਹੈ। ਇਹ ਤਨ ਭਜਨ ਹੀਤ ਹੈ ਦੀਨੋ, ਪਰ ਪਾਤ ਤੋਂ ਪਹਿਲਾਂ ਜੀ ਕਹਿਣ ਲੱਗੇ ਵੀ ਇਹ ਜਿਹੜਾ ਜਸਮ ਪਰਮਾਤਮਾ ਨੇ ਕੇਵਲ ਤੇ ਕੇਵਲ ਬੰਦਗੀ ਔਰ ਸੇਵਾ ਕਰਨ ਦੇ ਲਈ ਸਾਰਿਆਂ ਨੂੰ ਬਖਸ਼ਿਆ ਹੋਇਆ ਹੈ। ਗੁਰ ਸੇਵਾ ਤੇ ਭਗਤ ਕਮਾਈ, ਤਵੇ ਮਾਨਸ ਦੇਹੀ ਪਾਈ। ਕਿਸ ਦੇਈ ਕੋ ਸਿਮਰਨ ਦੇਵ, ਸੋ ਦੇਈ ਭਜ ਹਰ ਕੀ ਸੇਵ ਤੋ। ਜਿਹੜੇ ਮੁੱਖ ਸਾਧਨ ਇਸ ਪ੍ਰਾਣੀ ਨੂੰ ਕਰਨੇ ਬਣਦੇ ਹਨ, ਉਹਨਾਂ ਦੇ ਪ੍ਰਤੀ ਭਗਤ ਕਬੀਰ ਜੀ ਨੇ ਵੀ ਇਹਨਾਂ ਬਚਨਾਂ ਦੇ ਵਿੱਚ ਜ਼ਿਕਰ ਕੀਤਾ ਹੋਇਆ ਹੈ। ਹੁਣ ਜਿਸ ਪ੍ਰਕਾਰ ਭਗਤ ਪ੍ਰਹਿਲਾਦ ਨੇ ਉਹਨਾਂ ਸਾਰੇ ਬਾਲਕਿਆਂ ਨੂੰ ਬੜੇ ਪਿਆਰ ਦੇ ਨਾਲ ਸਮਝਾਉਣਾ ਹੈ, ਉਸ ਪ੍ਰਸੰਗ ਦੀ ਵਿਚਾਰ ਅੱਗੇ ਕੀਤੀ ਜਾਏਗੀ। ਇਉਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਗੁਰਤਾ ਗੱਦੀ ਤੇ ਵਿਰਾਜਮਾਨ ਹੋ ਕੇ ਆਪਣੇ ਪਵਿੱਤਰ ਉਪਦੇਸ਼ ਅਤੇ ਦਰਸ਼ਨਾਂ ਦੁਆਰਾ ਬੜ ਭਾਗੇ ਗੁਰ ਸਿੱਖਾਈ ਨੇ ਹਾਲ ਕਰ ਰਹੇ ਨੇ। ਇਹ ਤਨ ਭਜਨ ਹੀਤ ਹੈ ਦੀਨੋ, ਬਾਦ ਨਾ ਖੋਵੋ ਸੁਨੋ ਪਰਬੀਨੋ। ਇਹ ਤਨ ਭਜਨ ਹੀਤ ਹੈ ਦੀਨੋ, ਬਾਦ ਨਾ ਖੋਵੋ ਸੁਨੋ ਪਰਬੀਨੋ। ਹੈ ਜੋਤ ਪਾਰ ਬ੍ਰਹਮ ਅਵਨਾਸੀ ਅਗਨਾ